ਲੋਕ ਸਾਡੇ ਨਾਲ ਹੈ ਤਾਂ ਸ਼ਾਇਦ ਮੇਰਾ ਪੁੱਤ ਬਚ ਜੇ। ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਦੇਖਦੇ ਪਏ? ਬਸ ਲੋਕਾਂ ਨੂੰ ਕਹੂੰਗੀ ਬਹੁਤ ਧੰਨਵਾਦ ਹੋਊਗਾ ਜੇ ਮੇਰੇ ਪੁੱਤ ਨੂੰ ਜੇ ਕੋਈ ਬਚਾ ਲੂਗਾ ਤੇ ਮੇਰੀ ਜ਼ਿੰਦਗੀ ਸਫਲ ਹੋ ਜਾਊਗੀ, ਮੇਰਾ ਬੁਢਾਪਾ ਨਿਕਲ ਜਾਊਗਾ ਉਹਦੇ ਸਾਹਮਣੇ, ਮੇਰੇ ਬੱਚੇ ਜੀਵਤ ਰਹਿਣ। ਤਾਂ ਬਸ ਮੈਂ ਤਾਂ ਇਹੀ ਚਾਹੁੰਦੀ, ਮੇਰੇ ਪੁੱਤ ਚਾਹੀਦੇ ਮੈਨੂੰ। ਤੁਹਾਡੇ ਪਤੀ ਨੇ? ਹਾਂਜੀ, ਮੇਰੇ ਹਸਬੈਂਡ ਆ, ਹਾਰਟ ਦੀ ਪ੍ਰੋਬਲਮ ਆ ਜੀ। ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ? ਹੁਣ ਜਿਵੇਂ ਸੰਦੀਪ ਨੇ ਤਾਂ ਗੱਲ ਦੱਸੀ ਹੈ, ਇੰਨਾ ਪੈਸਾ ਇਕੱਠਾ ਹੋ ਗਿਆ, ਇੰਨੇ ਦੀ ਲੋੜ ਹੈ, ਲੋਕਾਂ ਨੂੰ ਕੀ ਆਸ ਰੱਖਦੇ ਹੋ ਮਦਦ ਦੀ? ਕਿਉਂਕਿ ਮਦਦ ਤਾਂ ਕੁਝ ਹੋਈ ਹੈ, ਕੁਝ ਬਾਕੀ ਹੈ। ਬਸ ਇਹੀ ਕਹਿਣਾ ਚਾਹੁੰਦੇ ਆ, ਵੱਧ ਤੋਂ ਵੱਧ ਮਦਦ ਹੋਵੇ ਜੀ। ਬਸ ਮੈਨੂੰ ਬੱਚਾ ਚਾਹੀਦਾ ਹੈਗਾ, ਇਸ ਤਰ੍ਹਾਂ ਮੇਰੀ ਮਦਦ ਕੋਈ ਕਰਨਾ ਚਾਹੇ ਤੇ ਮੈਂ ਉਹਨਾਂ ਦੀ ਸਾਡੀ ਜ਼ਿੰਦਗੀ ਕੋਨੇ ਨਹੀਂ ਭੁੱਲਦੀ। ਬਸ ਮੇਰੇ ਹੱਥ ਜੋੜ ਕੇ ਸਾਰੇ ਲੋਕਾਂ ਨਾਲ ਬੇਨਤੀ ਹੈ, ਮੇਰੇ ਪੁੱਤ ਨੂੰ ਬਚਾ ਦਿਓ। ਬਸ ਮੇਰੇ ਕੋਲ ਹੋਰ ਕੁਝ ਨਹੀਂ ਹੈਗਾ ਪੱਲੇ, ਕੋਈ ਪੁੱਤ ਹੀ ਹੈ ਮੇਰੇ ਕੋਲ। ਤੇ ਇਹ ਪੋਸੀਬਲ ਤਾਂ ਹੀ ਹੈ ਜੇ ਤੁਹਾਡੇ ਸਰੋਤਿਆਂ ਤੱਕ ਇਹ ਗੱਲ ਪਹੁੰਚੇਗੀ ਤੇ ਉਹ ਪੱਕਾ ਮੈਂ ਸ਼ੋਰ 100% ਕਿ ਉਹ ਇਹਨਾਂ ਦਾ ਸਾਥ ਦੇਣਗੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਭਾਵੁਕ ਹੋ, ਠੀਕ ਹੈ, ਉਹ ਦੁੱਖ ਦੀ ਘੜੀ ਹੈ, ਲੋਕੀ ਤੁਹਾਡੇ ਨਾਲ ਖੜੇ ਵੀ ਹੋਏ ਨੇ, 4.5 ਲੱਖ ਰੁਪਏ ਲੋਕਾਂ ਨੇ ਭੇਜਿਆ ਵੀ ਹੈ, 5 ਲੱਖ ਦੀ ਹੋਰ ਲੋੜ ਹੈ। ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਹੁਣ ਵੀ ਦੀਪਕ ਬਾਰੇ, ਜੇ ਤੁਸੀਂ ਕੁਝ ਕਹਿਣਾ ਚਾਹੁੰਦੇ? ਬਸ ਇਹੀ ਕਹਿਣਾ ਚਾਹੁੰਦੇ ਆ ਕਿ ਬਚ ਜੇ ਬਸ ਜੀ। ਸਾਡੇ ਲਈ ਮੇਰੇ 1.5 ਸਾਲ ਮੈਰਿਜ ਨੂੰ ਹੋ ਗਿਆ, ਮੇਰੇ 10 ਮਹੀਨਿਆਂ ਦੀ ਬੇਟੀ ਆ, ਉਹਨਾਂ ਦੇ ਮੰਮੀ ਡੈਡੀ ਆ, ਹਾਂ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਆ, ਵਿਚਾਰੇ ਦੋਨੇ ਮੰਦਰ 'ਚ ਕੰਮ ਕਰਦੇ ਆ। ਮੇਰੇ ਹਸਬੈਂਡ ਇਕੱਲੇ ਹੀ ਆ ਕਮਾਉਣ ਵਾਲੇ, ਘਰੇ ਹੋਰ ਸਾਡੇ ਕੋਈ ਨਹੀਂ ਗੇ। ਬਸ ਇਹ ਤੇ ਹੁੰਦਾ ਕਿ ਪਤਾ ਕਿਦੋਂ ਮੇਰਾ ਪੁੱਤ ਜਾਨ ਛੱਡ ਦੂਗਾ, ਬਰਦਾਸ਼ਤ ਨਹੀਂ ਹੁੰਦਾ, ਪਰ ਹਿੰਮਤ ਰੱਖੀਦਾ ਥੋੜੀ ਚਿਰ ਬਸ ਲੋਕਾਂ ਦੇ ਸਾਰੇ। ਕਿਉਂਕਿ ਇਹਦਾ ਹਾਰਟ ਹੀ ਪੂਰਾ ਟ੍ਰਾਂਸਪਲਾਂਟ ਹੋਣਾ ਜੀ, ਦੂਜੀ ਕੋਈ ਆਪਸ਼ਨ ਹੀ ਨਹੀਂ ਬਚਦੀ। ਸ਼ਾਇਦ ਜੇ ਅਸੀਂ ਉਸ ਡਾਕਟਰ ਦੀ ਥਾਂ ਉੱਥੇ ਪੈਸਾ ਵੇਸਟ ਤੇ ਟਾਈਮ ਵੇਸਟ ਕਰਨ ਤਾਂ ਇੱਥੇ ਆ ਜਾਂਦੇ ਤਾਂ ਸ਼ਾਇਦ ਦੀਪਕ ਦੀ ਰਿਕਵਰੀ ਦੇ ਚਾਂਸਸ ਜ਼ਿਆਦਾ ਸੀ। ਹੋ ਸਕਦਾ ਸੀ ਅੱਜ ਹਾਰਟ ਟ੍ਰਾਂਸਪਲਾਂਟ ਨਾ ਕਰ ਸਕਦੇ। ਦੀਪਕ ਨੇ ਮੈਨੂੰ ਇਹ ਗੱਲ ਕਹੀ ਵੀ ਕਾਕੇ ਤੂੰ ਹੱਥ ਪੱਲਾ ਨਾ ਮਾਰ, ਵੀ ਤੂੰ ਮੈਨੂੰ ਘਰੇ ਲੈ ਚੱਲ, ਵੀ ਮੈਂ ਆਪਦੇ ਮਾਂ ਪਿਓ ਨਾਲ ਰਹਿ ਲੂੰਗਾ, ਮੈਂ ਆਪਦੀ ਗੁੜੀਆਂ ਨਾਲ ਰਹਿ ਲੂੰਗਾ ਜਿੰਨੇ ਕਿ ਮੇਰੇ ਦਿਨ ਹੈਗੇ। ਮੈਨੂੰ ਪਤਾ ਤੂੰ ਮੈਨੂੰ ਝੂਠਾ ਦਿਲਾਸਾ ਦੇ ਰਿਹਾ ਵੀ ਪੈਸੇ ਤੇਰੇ ਤੋਂ ਹੋਣੇ ਨਹੀਂ, ਪਰ ਅੱਜ ਉਹਦਾ ਹੌਸਲਾ ਕਾਇਮ ਆ। ਜਦੋਂ ਅਸੀਂ ਪੀਜੀ ਜਾਂਦੇ ਹਾਂ ਸਾਨੂੰ 2 ਦਿਨਾਂ ਬਾਅਦ ਪਤਾ ਲੱਗਦਾ ਜਿਹੜਾ ਦੀਪਕ ਹੈ ਉਹਦਾ ਜਿਹੜਾ ਦਿਲ ਹੈ ਸਿਰਫ 15% ਹੀ ਕੰਮ ਕਰ ਰਿਹਾ। ਤੇ ਜਦੋਂ ਡਾਕਟਰ ਨੇ ਸਾਨੂੰ ਇਹ ਗੱਲ ਦੱਸੀ ਕਿ ਤੁਹਾਡਾ ਜਿਹੜਾ ਖਰਚਾ ਹੈ ਉਹ 10 ਲੱਖ ਰੁਪਏ ਦੇ ਆਸ-ਪਾਸ ਹੋਏਗਾ ਤਾਂ ਤੁਹਾਡੇ ਕੋਲੇ ਪੈਸੇ ਹੋਣੇ ਜ਼ਰੂਰੀ ਹੈ। ਸਰ ਜਦੋਂ ਇੰਨੀ ਰਕਮ ਅਸੀਂ ਸੁਣੀ ਤਾਂ ਸਾਡੇ ਪੈਰਾਂ ਹੇਠਾਂ ਥੱਲੋਂ ਜ਼ਮੀਨ ਨਿਕਲ ਗਈ। ਭਾਜੀ ਅਸੀਂ ਬਹੁਤ, ਮੈਂ ਕਹਿੰਦਾ ਲੀਡਰਾਂ ਦੇ ਧੱਕੇ ਖਾਤੇ ਹੈ ਨਾ, ਬਹੁਤ NGO ਕੋਲੇ ਵੀ ਅਪਰੋਚ ਕੀਤੀ ਪਰ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਜੀ। ਕਿਉਂਕਿ ਜੀ ਸਾਡਾ ਜਿਹੜਾ ਦੀਪਕ ਆ ਉਹ ਜਿਹੜਾ ਬੁੱਝਣ ਤੋਂ ਬਣਾਉਣਾ ਉਹ ਸਿਰਫ ਤੇ ਤੁਹਾਡੇ ਦਰਸ਼ਕਾਂ ਤੱਕ ਹੀ ਹੈ ਜੀ, ਉਹਨਾਂ ਦੇ ਹੱਥ 'ਚ ਹੀ ਉਹਦੀ ਜਾਨ ਹੈ। ਜੇ ਇਹ ਚਾਹਣਗੇ ਤਾਂ ਬਚ ਸਕਦਾ ਜੀ ਦੀਪਕ ਇਹਨਾਂ ਦਾ ਨਾ। ਨੰਬਰ ਦੱਸ ਦਿਓ ਆਪਣਾ, ਕਿੰਨਾ ਤੁਹਾਡਾ ਨੰਬਰ ਹੈ ਜੇ ਕਿਸੇ ਨੇ ਕੰਟੈਕਟ ਕਰਨਾ ਤੁਹਾਡੇ ਨਾਲ? ਹਾਂਜੀ, ਮੈਂ ਸਭ ਤੋਂ ਪਹਿਲਾਂ ਦੀਪਕ ਜੀ ਦਾ ਨੰਬਰ ਦੇਣਾ ਚਾਹਾਂਗਾ ਜੀ, ਜਿਹ 'ਚ ਤੁਸੀਂ ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ ਜਾਂ ਕੋਈ ਹੋਰ ਫੋਨ ਪੇ UPI ਕੁਝ ਵੀ ਕਰ ਸਕਦੇ ਹੋ। ਉਹ ਨੰਬਰ ਹੈ ਜੀ, ਤੁਸੀਂ ਨੋਟ ਕਰ ਲਿਓ 84 377 43887। ਤੇ ਜੇ ਮੇਰਾ ਕੋਈ ਨੰਬਰ ਲੈਣਾ ਚਾਹੁੰਦਾ, ਮੇਰੇ ਨਾਲ ਕੋਈ ਗੱਲਬਾਤ ਜਾਂ ਦੀਪਕ ਦੀ ਕੋਈ ਫਾਈਲ ਮੰਗਣਾ ਚਾਹੁੰਦਾ, ਕਿਸੇ ਤਰੀਕੇ ਦੀ ਵੈਰੀਫਿਕੇਸ਼ਨ ਕਰਨਾ ਚਾਹੁੰਦਾ, ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਨੰਬਰ ਹੈ 8699 223194 8699 223194। ਇਹ ਮੇਰਾ ਨੰਬਰ ਹੈ ਜੀ। ਕੋਈ ਵੀ ਜਾਣਕਾਰੀ, ਫਾਈਲ ਵਗੈਰਾ, ਕੋਈ ਵੀ ਡਾਕੂਮੈਂਟ ਮੰਗਾਣੇ ਹੋਣ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਦੀਪਕ ਦਾ ਵੀ ਨੰਬਰ ਤੁਹਾਨੂੰ ਦੇ ਦਿੱਤਾ ਗਿਆ ਜੇ ਕਿਸੇ ਨੇ ਦੀਪਕ ਨਾਲ ਵੀ ਗੱਲ ਕਰਨੀ ਹੈ। ਹੁਣ ਜਿਹੜੇ ਬਾਹਰ ਹੈ ਇਹਨਾਂ ਦੇ ਸੱਜਣ ਵੀਰ ਬੈਠੇ ਨੇ, ਉਹਨਾਂ ਨੇ ਮਦਦ ਕੀਤੀ ਹੈ, ਪਰ ਤੁਹਾਡੀ ਥੋੜੀ ਜਿਹੀ ਹੋਰ ਕੋਸ਼ਿਸ਼ ਦੇ ਨਾਲ ਦੀਪਕ ਦੀ ਜਾਨ ਬਚ ਸਕਦੀ ਹੈ। ਕੁਝ ਦਿਨ ਪਹਿਲਾਂ ਦੀਵਾਲੀ ਸੀ, ਸਭ ਨੇ ਦੀਪਕ ਜਲਾਏ, ਪਰ ਇੱਕ ਇਹੋ ਜਿਹਾ ਦੀਪਕ ਨਾਮ ਦਾ ਸ਼ਖਸ ਜੋ ਕਿ PGI ਦੇ ਵਿੱਚ ਮੌਜੂਦ ਹੈ, ਜਿਸ ਨੂੰ ਦਿਲ ਦੀ ਲੋੜ ਹੈ, ਯਾਨੀ ਕਿ 15% ਉਹਦਾ ਦਿਲ ਕੰਮ ਕਰ ਰਿਹਾ ਹੈ। ਕੁਝ ਦਿਨਾਂ ਬਾਅਦ ਆਪਰੇਸ਼ਨ ਹੈ ਦੀਪਕ ਦਾ, ਪਰ ਉਸ ਤੋਂ ਪਹਿਲਾਂ ਪੈਸਿਆਂ ਦੀ ਵੀ ਲੋੜ ਹੈ। ਇੱਕ ਇੰਟਰਵਿਊ ਦਿਖਾਇਆ ਗਿਆ ਸੀ, ਇੰਟਰਵਿਊ ਵਿੱਚ ਦੀਪਕ ਦੀਆਂ ਤਸਵੀਰਾਂ ਵੀ ਤੁਸੀਂ ਦੇਖੀਆਂ ਵੀ ਉਸ ਦੀਪਕ ਨੂੰ ਇੱਕ ਰੋਸ਼ਨੀ ਦੀ ਉਮੀਦ ਹੈ ਕਿ ਕੋਈ ਨਾ ਕੋਈ ਵਿਅਕਤੀ ਉਹਨਾਂ ਦਾ ਹੱਥ ਪਕੜੂਗਾ। ਤਾਂ ਹੱਥ ਪਕੜਿਆ ਵੀ ਹੈ, ਕਈਆਂ ਨੇ ਪੈਸੇ ਵੀ ਭੇਜੇ, ਪਰ ਹੋਰ ਕੁਝ ਪੈਸਿਆਂ ਦੀ ਲੋੜ ਹੈਗੀ ਹੈ, ਜਿਸ ਤੋਂ ਬਾਅਦ ਦੀਪਕ ਦੀ ਜ਼ਿੰਦਗੀ ਰੋਸ਼ਨ ਹੋ ਸਕਦੀ ਹੈ। ਸਾਡੇ ਨਾਲ ਦੀਪਕ ਦਾ ਪਰਿਵਾਰ ਹੈ ਜੋ ਕਿ PGI ਦੇ ਵਿੱਚ ਮੌਜੂਦ ਹੈ। ਲਗਭਗ ਪਿਛਲੇ 22 ਦਿਨ ਤੋਂ ਦੀਪਕ ਐਡਮਿਟ ਹੈ। ਦੀਪਕ ਦਾ ਦਿਲ ਬਦਲਿਆ ਜਾਣਾ, ਪੈਸੇ ਨੂੰ ਲੈ ਕੇ ਸਮੱਸਿਆ ਆ ਰਹੀ ਹੈ। ਅੱਧੇ ਪੈਸੇ ਇਕੱਠੇ ਹੋ ਚੁੱਕੇ ਨੇ, ਦਾਨੀ ਸੱਜਣਾ ਨੇ, ਮਿੱਤਰਾਂ ਨੇ ਪੈਸੇ ਭੇਜੇ, ਉਹਨਾਂ ਨੇ ਮਹਿਸੂਸ ਕੀਤਾ ਕਿ ਇੱਕ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਆਪਣੀ ਕਿਰਤ ਦੀ ਕਮਾਈ ਵਿੱਚੋਂ ਉਹਨਾਂ ਨੇ ਪੈਸੇ ਭੇਜੇ ਨੇ, ਪਰ ਕੁਝ ਪੈਸਿਆਂ ਦੀ ਲੋੜ ਹੈਗੀ ਹੈ। ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਨੂੰ ਮੋਬਾਈਲ ਨੰਬਰ ਤੇ ਅਕਾਊਂਟ ਨੰਬਰ ਵੀ ਦਿੱਤਾ ਜਾਊਗਾ ਜੇ ਤੁਸੀਂ ਮਦਦ ਕਰਨਾ ਚਾਹੁੰਦੇ ਹੋ। ਤਾਂ ਸਾਡੇ ਨਾਲ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ, ਉਹ ਜਾਣਾਂਗੇ ਕਿ ਦੀਪਕ ਦਾ ਦਿਲ
ਹਾਰਟ ਡੈਮੇਜ ਕਿਵੇਂ ਹੋ ਗਿਆ, 15% ਹੁਣ ਕੰਮ ਕਰ ਰਿਹਾ, 85% ਡੈਮੇਜ ਕਿਵੇਂ ਹੋ ਗਿਆ। ਉਹ ਦੀਪਕ ਅੱਜ ਜ਼ਿੰਦਗੀ ਦੀ ਮੌਤ ਤੇ ਮੂੰਹ ਤੇ ਜਾ ਕੇ ਖੜਾ ਹੈ, ਤਾਂ ਕਿਵੇਂ ਬਚਾਇਆ ਜਾ ਸਕਦਾ ਹੈ? ਕਿ ਵਾਕਈ ਤੁਹਾਡੇ ਇੱਕ ਰੁਪਈਏ ਦੇ ਨਾਲ ਦੀਪਕ ਦੇ ਸਾਹ ਵਾਪਸ ਆਉਣਗੇ, ਕਿ ਇੱਕ ਰੁਪਏ ਦੇ ਨਾਲ ਦੀਪਕ ਦਾ ਜੋ ਦਿਲ ਆ ਦੁਬਾਰਾ ਧੜਕੂਗਾ? ਸਾਡੇ ਨਾਲ ਉਹਨੇ ਪਰਿਵਾਰ ਦੇ ਸ਼ਖਸ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਭਾਈ ਤੁਹਾਡਾ ਨਾਮ ਕੀ ਹੈ? ਸੰਦੀਪ ਹੈ ਜੀ ਮੇਰਾ ਨਾਮ। ਮੈਂ ਦੀਪਕ ਦਾ ਕਜ਼ਨ ਬ੍ਰਦਰ ਹਾਂ ਜੀ। ਤੇ ਜਿਹੜਾ ਇਹ ਸਿਲਸਿਲਾ ਹੈ ਜੀ, ਇਹ ਸ਼ੁਰੂ ਹੋਇਆ ਸੀ ਅੱਜ ਤੋਂ 5 ਮਹੀਨੇ ਪਹਿਲਾਂ। ਉਹਦੇ ਵਿੱਚ ਇਹ ਹੋਇਆ ਸੀ ਜੀ, ਦੀਪਕ ਜੀ ਜਦੋਂ ਖੰਘ ਕਰਦੇ ਸੀ, ਉਹਨਾਂ ਦੇ ਮੂੰਹ 'ਚ ਬਲੱਡ ਆਉਂਦਾ ਸੀਗਾ, ਤੇ ਅਸੀਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੈ ਗਏ ਜੀ, ਜਿੱਥੇ ਉਹਨਾਂ ਦੇ ਟੈਸਟ ਹੋਏ, ਬਾਰ-ਬਾਰ ਟੈਸਟ ਹੁੰਦੇ ਰਹੇ, ਉਹਨਾਂ ਨੇ ਐਡਮਿਟ ਰੱਖਿਆ, ਪੈਸੇ ਬਣਾਉਂਦੇ ਗਏ। ਜੋ ਸਾਡੀ ਜਮ੍ਹਾਂ ਪੂੰਜੀ ਸੀ, ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਬੇਸਿਕਲੀ ਦੀਪਕ, ਜੋ ਸਾਡੀ ਜਮ੍ਹਾਂ ਪੂੰਜੀ ਸੀ ਉਹ ਦੀਪਕ ਤੇ ਲੱਗ ਗਈ। ਐਂਡ ਦੇ ਵਿੱਚ ਉਹਨਾਂ ਕੋਲੇ ਕੋਈ ਰਾਹ ਨਹੀਂ ਬਚਿਆ, ਫਿਰ ਸਾਨੂੰ ਪੀਜੀ ਆਉਣਾ ਪਿਆ ਜੀ। ਜਦੋਂ ਅਸੀਂ ਪੀਜੀ ਜਾਂਦੇ ਹਾਂ, ਸਾਨੂੰ 2 ਦਿਨਾਂ ਬਾਅਦ ਪਤਾ ਲੱਗਦਾ ਜਿਹੜਾ ਦੀਪਕ ਹੈ, ਉਹਦਾ ਜਿਹੜਾ ਦਿਲ ਹੈ ਸਿਰਫ 15% ਹੀ ਕੰਮ ਕਰ ਰਿਹਾ। ਜਦੋਂ ਅਸੀਂ ਇਹ ਗੱਲ ਸੁਣੀ ਜੀ, ਅਸੀਂ ਮਤਲਬ ਆਪਦੇ ਹੋਸ਼ ਗਵਾ ਬੈਠੇ ਸੀ ਵੀ ਸਾਨੂੰ ਐਂ ਲੱਗਿਆ ਹੁਣ ਸਾਡਾ ਭਰਾ ਇਸ ਦੁਨੀਆ ਦੇ ਵਿੱਚ ਰਹੇਗਾ ਕਿ ਨਹੀਂ ਰਹੇਗਾ। ਤੇ ਜਦੋਂ ਡਾਕਟਰ ਨੇ ਸਾਨੂੰ ਇਹ ਗੱਲ ਦੱਸੀ ਕਿ ਤੁਹਾਡਾ ਜਿਹੜਾ ਖਰਚਾ ਹੈ ਉਹ 10 ਲੱਖ ਰੁਪਏ ਦੇ ਆਸ-ਪਾਸ ਹੋਏਗਾ, ਤਾਂ ਤੁਹਾਡੇ ਕੋਲੇ ਪੈਸੇ ਹੋਣੇ ਜ਼ਰੂਰੀ ਹੈ। ਸਰ ਜਦੋਂ ਇੰਨੀ ਰਕਮ ਅਸੀਂ ਸੁਣੀ ਤਾਂ ਸਾਡੇ ਪੈਰਾਂ ਹੇਠਾਂ ਥੱਲੋਂ ਜ਼ਮੀਨ ਨਿਕਲ ਗਈ, ਕਿਉਂਕਿ ਇੰਨੀ ਰਕਮ ਸਾਡੇ ਲਈ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਉਹਨਾਂ ਦੇ ਮਾਤਾ ਜੀ ਵੀ ਨੇ ਤੇ ਇਹ ਵੀ ਵਿਚਾਰੇ ਮੰਦਿਰ ਦੇ ਵਿੱਚ ਕੰਮ ਕਰਦੇ। ਇਹਨਾਂ ਦੇ ਫਾਦਰ ਦੀਪਕ ਆਪ ਇੱਕ ਪ੍ਰਾਈਵੇਟ ਮਤਲਬ ਕਹਿ ਲਓ ਫਰਮ ਦੇ ਵਿੱਚ ਕੰਮ ਕਰਦਾ ਹੈ, ਠੀਕ ਹੈ ਜੀ। ਤਾਂ ਅਸੀਂ ਬੜੇ ਸ਼ੌਕ ਹੋਏ ਉਸ ਟਾਈਮ ਤੇ। ਫਿਰ ਭਾਜੀ ਅਸੀਂ ਬਹੁਤ, ਮੈਂ ਕਹਿੰਦਾ ਲੀਡਰਾਂ ਦੇ ਧੱਕੇ ਖਾਦੇ ਹੈ ਨਾ, ਬਹੁਤ NGO ਕੋਲੇ ਵੀ ਅਪਰੋਚ ਕੀਤੀ, ਪਰ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ ਜੀ। ਦੀਪਕ ਖੁਦ ਇੱਕ NGO ਦਾ ਪਾਰਟ ਹੈ ਜੀ, ਐਨੀਮਲ ਕੇਅਰ ਮਿਸ਼ਨ ਨਾਮ ਦੀ ਸਾਡੀ ਸੁਸਾਇਟੀ ਹੈ, ਟੇਕਚੰਦ ਜੀ ਪ੍ਰਧਾਨ ਨੇ ਉਹਦੇ। ਤੇ ਬੜੀ ਗਰੀਬ ਜੀ ਸੁਸਾਇਟੀ ਹੈ। ਸਿਰਫ ਅਸੀਂ ਕੀ ਕਰਦੇ ਹਾਂ, ਪਸ਼ੂਆਂ ਦਾ ਇਲਾਜ ਕਰਦੇ ਹਾਂ, ਸੇਵਾ ਕਰਦੇ ਹਾਂ, ਉਹਨਾਂ ਲਈ ਕੋਈ ਪਾਣੀ ਦੀਆਂ ਠੱਲਾਂ ਲਾਉਣੀਆਂ ਹੈ ਨਾ, ਇਹ ਚੀਜ਼ਾਂ ਦਾ ਸਾਡਾ ਕੰਮ ਹੈ ਨਾ। ਤੇ ਆਪ ਇਹ 15 ਤੋਂ 20 ਵਾਰ ਖੁਦ ਬਲੱਡ ਡੋਨੇਟ ਕਰ ਚੁੱਕਿਆ ਇਸ ਟਾਈਮ ਤੇ ਹੈ ਨਾ। ਪਰ ਜਦੋਂ ਗੱਲ ਆਈ ਨਾ ਜੀ ਸਹਾਰੇ ਦੀ ਜਦੋਂ ਲੋੜ ਪਈ, ਉਦੋਂ ਸਾਡੇ ਮੂਹਰੇ ਕੋਈ ਨਹੀਂ ਆਇਆ। ਸਿਰਫ ਇੱਕ ਨਰੂਲਾ ਪਰਿਵਾਰ ਸੀ ਜਿਨ੍ਹਾਂ ਤੱਕ ਸਾਡੀ ਗੱਲ ਪਹੁੰਚੀ। ਪਤਾ ਨਹੀਂ ਉਹਨਾਂ ਨੇ ਕਿਵੇਂ, ਮੈਂ ਉਹਨਾਂ ਦਾ ਬੜਾ ਤਹਿ ਦਿਲੋਂ ਜੀ ਧੰਨਵਾਦੀ ਹਾਂ। ਸਭ ਤੋਂ ਪਹਿਲਾਂ ਮੇਰੇ ਲਈ ਰੱਬ ਦਾ ਰੂਪ ਬਣ ਕੇ ਆਏ, ਤੇ ਉਹਨਾਂ ਨੇ ਆਂਦੇ ਸਰ ਪਹਿਲਾਂ ਦੀਪਕ ਨੂੰ ਦੇਖਿਆ, ਉਹਨਾਂ ਨੂੰ ਹੌਸਲਾ ਦਿੱਤਾ ਵੀ ਬੇਟਾ ਤੂੰ ਘਬਰਾਣਾ, ਅਸੀਂ ਤੁਹਾਡੇ ਨਾਲ ਆ। ਤੇ ਉਹਨਾਂ ਨੇ ਇੱਕ ਇੰਟਰਵਿਊ ਕਰਵਾਈ, ਜਿਹਦੇ ਲਈ ਮੈਂ ਮਿਹਰਬਾਨੀ ਹੈ ਜੀ ਕਰਨ ਸਰ ਜੀ ਦਾ, ਅੱਖਰ ਚੈਨਲ ਤੋਂ। ਤੇ ਉਹਨਾਂ ਨੇ ਸਾਡੀ ਇੱਕ ਇੰਟਰਵਿਊ ਕੀਤੀ, ਜਿਹਦੇ ਵਿੱਚ ਇਹਨਾਂ ਨੇ ਆਪਣੇ ਨਰੂਲਾ ਸਾਹਿਬ ਨੇ ਲੱਖ ਰੁਪਏ ਦੀ ਮਦਦ ਸਾਨੂੰ ਉਸੇ ਟਾਈਮ ਕੀਤੀ, ਤੇ ਲੱਖ ਰੁਪਇਆ ਰਿੰਪੀ ਦੀਦੀ ਨੇ ਸਿੰਗਾਪੁਰ ਤੋਂ, ਉਹ ਸਾਡੀ ਮਦਦ ਕਰ ਰਹੇ ਨੇ ਜੀ, ਠੀਕ ਹੈ। ਤੇ ਉਸ ਤੋਂ ਬਾਅਦ ਲੋਕਾਂ ਕੋਲੇ ਗੱਲਾਂ ਪਹੁੰਚੀਆਂ ਜੀ, ਲੋਕਾਂ ਨੇ ਪੈਸਿਆਂ ਦੀ ਟ੍ਰਾਂਸਫਰ ਕਰਨੀ ਸ਼ੁਰੂ ਕੀਤੀ। ਕੁਝ ਹੋ ਸਕਦਾ ਅਸੀਂ ਬੈਂਕ ਜਿਹੜਾ ਦਿੱਤਾ ਜੀ, ਉਹ 'ਚ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਦੀ ਪ੍ਰੋਬਲਮ ਆ ਰਹੀ ਸੀਗੀ, ਸੋ ਕੁਝ ਪੈਸੇ ਸਾਡੇ ਕੋਲੇ ਨਹੀਂ ਪਹੁੰਚੇ। ਤਾਂ ਹੀ ਅਸੀਂ ਦੁਬਾਰਾ ਮਤਲਬ ਤੁਹਾਨੂੰ ਰਿਕੁਐਸਟ ਕੀਤੀ ਆ ਵੀ ਸਾਡੀ ਗੱਲ ਹੈ ਵੀ ਲੋਕਾਂ ਤੱਕ ਪਹੁੰਚਾਈ ਜਾਵੇ, ਕਿਉਂਕਿ ਜੀ ਸਾਡਾ ਜਿਹੜਾ ਦੀਪਕ ਆ, ਉਹ ਜਿਹੜਾ ਬੁੱਝਣ ਤੋਂ ਬਣਾਉਣਾ, ਉਹ ਸਿਰਫ ਤੇ ਤੁਹਾਡੇ ਦਰਸ਼ਕਾਂ ਤੱਕ ਹੀ ਹੈ ਜੀ, ਉਹਨਾਂ ਦੇ ਹੱਥ 'ਚ ਹੀ ਉਹਦੀ ਜਾਨ ਹੈ। ਜੇ ਇਹ ਚਾਹਣਗੇ ਤਾਂ ਬਚ ਸਕਦਾ ਜੀ ਦੀਪਕ ਇਹਨਾਂ ਦਾ ਨਾ। ਵੀ ਪਰਿਵਾਰ ਦੇਖੋ ਤੁਸੀਂ, ਇੱਕ ਗੁੜੀਆ ਹੈ ਜੀ 10 ਮਹੀਨੇ ਦੀ। ਮੈਂ ਨਹੀਂ ਚਾਹੁੰਦਾ ਕਿ ਇਸ ਗੁੜੀਆ ਦਾ ਪਿਓ ਇਹਦੇ ਹੱਥੋਂ ਗਵਾ ਬੈਠੇ, ਕਿਉਂਕਿ ਇਹਦੀ ਸਾਰੀ ਜ਼ਿੰਦਗੀ ਉਸਦੇ ਪਿਓ ਦੇ ਲਿਖੇ ਹੀ ਲਿਖੀ ਹੋਈ ਹੈ ਨਾ ਜੀ। ਉਹਨਾਂ ਦੀ ਵਾਈਫ ਆ, ਬਜ਼ੁਰਗ ਮਾਤਾ ਪਿਤਾ ਜੀ ਹੈ ਨਾ, ਇਹ 2 ਪਰਿਵਾਰ ਆ, ਵਧੀਆ ਛੋਟਾ ਜਿਹਾ ਪਰਿਵਾਰ ਹੈ, ਗਰੀਬ ਪਰਿਵਾਰ ਮਤਲਬ ਗਰੀਬ ਘਰ ਹੈ ਜੀ ਇਹਨਾਂ ਦਾ ਹੈ ਨਾ। ਮੈਂ ਚਾਹੁੰਦਾ ਪਲੀਜ਼ ਇਹਨਾਂ ਦੀ ਬਾਂਹ ਫੜੋ ਜੀ, ਕਿਵੇਂ ਨਾ ਕਿਵੇਂ ਕਰਕੇ ਇਸ ਦੀਪਕ ਨੂੰ ਪਲੀਜ਼ ਤੁਸੀਂ ਬਚਾ ਲਓ ਜੀ। ਮੈਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਜੀ, ਹੱਥ ਜੋੜ ਕੇ ਬੇਨਤੀ ਕਰਦਾ, ਮੇਰੇ ਭਰਾ ਨੂੰ ਬਚਾ ਲਿਓ ਜੀ। ਤੁਸੀਂ ਗੱਲ ਕੀਤੀ ਹੈ ਕਿ 5 ਮਹੀਨੇ ਪਹਿਲਾਂ, ਅੱਜ ਤੋਂ 5 ਮਹੀਨੇ ਪਹਿਲਾਂ ਪ੍ਰਾਈਵੇਟ ਇਲਾਜ ਕੀਤੇ, ਫਿਰ ਉਹ ਡਾਕਟਰ ਨੇ ਦੱਸਿਆ ਨਹੀਂ ਜਿਨ੍ਹਾਂ ਨੇ ਪ੍ਰਾਈਵੇਟ ਇਲਾਜ ਕੀਤੇ ਵੀ ਦੀਪਕ ਨੂੰ ਇਹ ਸਮੱਸਿਆ? ਸਰ ਬਿਲਕੁਲ, ਮੈਂ ਤੁਹਾਨੂੰ ਇਹੀ ਦੱਸਣਾ ਚਾਹਾਂਗਾ, ਉਹਨਾਂ ਨੇ ਸਮੱਸਿਆ ਹੀ ਨਹੀਂ ਦੱਸੀ ਐਕਚੁਅਲ 'ਚ। ਉਹਨਾਂ ਨੇ ਸਾਨੂੰ ਕਿਹਾ ਵੀ ਇਹ ਐਡਮਿਟ ਰਹੂਗਾ, ਇਹਦੀ ਲੰਬੇ ਸਮੇਂ ਤੱਕ ਦਵਾਈ ਚੱਲੂਗੀ। ਸਾਨੂੰ ਲੱਗਿਆ ਚਲੋ ਕੋਈ ਛੋਟੀ ਮੋਟੀ ਬਿਮਾਰੀ ਹੋਣੀ ਆ, ਅਸੀਂ ਵੀ ਇੰਨਾ ਘਬਰਾਏ ਨਹੀਂ ਹੈ ਨਾ। ਪਰ ਜਦੋਂ ਇਹਨੂੰ ਪ੍ਰੋਬਲਮ ਸੋਲਵ ਨਹੀਂ ਹੋਈ, ਇਹਦੇ ਪਾਈਪਾਂ ਲਾਤੀਆਂ ਜੀ ਉਹਨਾਂ ਨੇ, ਕਾਫੀ ਕੁਛ ਇਹਦੇ ਇੰਸਟਰੂਮੈਂਟ ਲਾਤੇ, ਫਿਰ ਸਾਨੂੰ ਘਬਰਾਹਟ ਹੋਣ ਲੱਗ ਗਈ ਵੀ ਸਾਨੂੰ ਲੱਗਦਾ ਸੀ ਵੀ ਸਾਡੇ ਭਰਾ ਦੀ ਤਬੀਅਤ ਖਰਾਬ ਆ। ਫਿਰ ਅਸੀਂ ਆਪ ਹੀ ਡਿਸੀਜਨ ਲਿਆ ਜੀ, ਸਾਨੂੰ ਈਵਨ ਡਾਕਟਰ ਨੇ ਨਹੀਂ ਰਿਕਮੈਂਡ ਕੀਤਾ ਕਿ ਤੁਸੀਂ PGI ਜਾਓ, ਅਸੀਂ ਖੁਦ ਡਿਸੀਜਨ ਲਿਆ ਵੀ ਸਾਨੂੰ PGI ਜਾਣਾ ਚਾਹੀਦਾ ਇਹਦੀ ਬਿਮਾਰੀ ਡਾਇਗਨੋਸ ਕਰਨ ਲਈ। ਐਕਚੁਅਲ ਕਿਉਂਕਿ ਭਾਜੀ ਜੇ ਆਪਾਂ ਕਿਸੇ ਡਾਕਟਰ ਕੋਲ ਜਾਂਦੇ ਹਾਂ, ਈਵਨ ਦੈਟ ਉਹ ਡਾਇਗਨੋਸ ਕਰਕੇ ਦੱਸਣ ਤਾਂ ਸੀ ਐਕਚੁਅਲ 'ਚ ਇਸ ਬੰਦੇ ਨੂੰ ਬਿਮਾਰੀ ਕੀ ਆ, ਚਾਹੇ ਇਹਨੂੰ ਬੁਖਾਰ ਆ, ਟਾਈਫਾਇਡ ਆ, ਦੱਸਣ ਤਾਂ ਸੀ, ਉਹ ਦੱਸਦੇ ਨਹੀਂ ਸੀ ਵੀ ਪ੍ਰੋਬਲਮ ਕੀ ਆ। ਤਾਂ ਹੀ ਅਸੀਂ ਇਹ ਡਿਸੀਜਨ ਬਣਾਇਆ। ਕਦੇ ਕਹਿ ਦਿਆ ਕਰਨ ਜੀ ਕੋਵਿਡ ਸੀਗਾ, ਇਸ ਕਰਕੇ ਛਾਤੀ 'ਚ ਇਨਫੈਕਸ਼ਨ ਹੋ ਗਈ ਆ, ਖੰਘ ਕਰਦਾ, ਪਰ ਸਰ ਇਹ ਇਨਫੈਕਸ਼ਨ 3 ਮਹੀਨੇ ਤਾਂ ਰੈਗੂਲਰ ਰਹਿ ਨਹੀਂ ਸਕਦੀ ਜੀ। ਜਿਹੜਾ ਬੰਦਾ ਖਾ ਪੀ ਰਿਹਾ ਉਹਨੂੰ 3 ਮਹੀਨੇ ਸੀ, ਐਡੀ ਲੰਬੀ ਇਨਫੈਕਸ਼ਨ ਤਾਂ ਹੋ ਨਹੀਂ ਸਕਦੀ। ਫਿਰ ਅਸੀਂ ਆਪ ਹੀ ਮਨ ਬਣਾਇਆ, ਦੀਪਕ ਨੂੰ ਲੈ ਕੇ PGI ਆਏ। ਇਹਨਾਂ ਨੇ ਡਾਕਟਰਾਂ, ਇੱਥੇ ਮੈਂ ਕਹਿੰਦਾ ਬਹੁਤ ਵਧੀਆ ਡਾਕਟਰ ਨੇ, ਜਿਨ੍ਹਾਂ ਨੇ ਸਾਨੂੰ 2 ਦਿਨਾਂ ਦੇ ਵਿੱਚ ਦੱਸਤਾ ਕਿ ਦੀਪਕ ਨੂੰ ਇਹ ਪ੍ਰੋਬਲਮ ਆ, ਤੁਸੀਂ ਸਿਰਫ ਪੈਸਿਆਂ ਦਾ ਬੰਦੋਬਸਤ ਕਰ ਲਓ, ਕਿਉਂਕਿ ਇਹਦਾ ਹਾਰਟ ਹੀ ਪੂਰਾ ਟ੍ਰਾਂਸਪਲਾਂਟ ਹੋਣਾ ਜੀ, ਦੂਜੀ ਕੋਈ ਆਪਸ਼ਨ ਹੀ ਨਹੀਂ ਬਚਦੀ। ਸ਼ਾਇਦ ਜੇ ਅਸੀਂ ਉਸ ਡਾਕਟਰ ਦੀ ਥਾਂ ਉੱਥੇ ਪੈਸਾ ਵੇਸਟ ਤੇ ਟਾਈਮ ਵੇਸਟ ਕਰਨ ਥਾਂ ਇੱਥੇ ਆ ਜਾਂਦੇ, ਤਾਂ ਸ਼ਾਇਦ ਦੀਪਕ ਦੀ ਰਿਕਵਰੀ ਦੇ ਚਾਂਸਸ ਜ਼ਿਆਦਾ ਸੀ। ਹੋ ਸਕਦਾ ਸੀ ਅੱਜ ਹਾਰਟ ਟ੍ਰਾਂਸਪਲਾਂਟ ਨਾ ਕਰ ਸਕਦੇ, ਹੋ ਸਕਦਾ ਕਿਸੇ ਹੋਰ ਇੰਸਟਰੂਮੈਂਟ ਰਾਹੀਂ, ਜਿਵੇਂ ਆਪਾਂ ਪੇਸਮੇਕਰ, ICD ਕਹਿ ਦਈਏ, ਉਹਨਾਂ ਨਾਲ ਇਹਦਾ ਕੰਮ ਸਰ ਸਕਦਾ ਸੀ। ਕਿੰਨੇ ਪੈਸੇ ਦਿੱਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਿੱਥੇ ਦੀਪਕ ਗਿਆ, ਪਰ ਦੱਸਿਆ ਨਹੀਂ ਵੀ ਬਿਮਾਰੀ ਕੀ ਹੈ? ਸਾਡਾ ਜੀ ਉੱਥੇ ਜਿਹੜਾ ਜਮ੍ਹਾਂ ਪੂੰਜੀ ਸੀ 2.5 ਤੋਂ 3 ਲੱਖ ਰੁਪਇਆ ਸਾਡਾ ਜਿਹੜਾ ਲੱਗ ਚੁੱਕਿਆ।
ਇੰਨਾ ਪੈਸਾ ਸਾਡੇ ਕੋਲ ਸੀਗਾ। ਉਹ ਵੀ ਦੀਪਕ ਰਾਏ ਕੋਲ ਪੈਸਾ ਨਹੀਂ ਸੀ, ਮੈਂ ਉਹਨਾਂ ਦੀ ਮਾਸੀ ਜੀ ਦਾ ਬੇਟਾ ਤੇ ਜੀਜਾ ਜੀ ਨੇ ਦੀਪਕ ਜੀ ਨੇ, ਅਸੀਂ ਦੋਨਾਂ ਨੇ ਮਿਲ ਕੇ ਜਿੰਨਾ ਕੁ ਸਾਡਾ ਹੱਥ ਲੱਗਿਆ ਜੀ ਅਸੀਂ ਉਹੀ ਕੀਤਾ ਜੀ। ਉਹ ਸਾਡਾ 2.5 ਤੋਂ 3 ਲੱਖ ਰੁਪਏ ਜਿਹੜਾ ਖਰਾਬ ਹੋ ਚੁੱਕਿਆ। 10 ਲੱਖ ਦੀ ਅਮਾਉਂਟ ਸਾਡੇ ਲਈ ਵੀ ਬਹੁਤ ਵੱਡੀ ਹੈ ਕਿਉਂਕਿ ਅਸੀਂ ਖੁਦ ਜੀ ਪ੍ਰਾਈਵੇਟ ਨੌਕਰੀਆਂ ਕਰਦੇ ਹਾਂ। ਜੇ ਮੈਂ ਗੱਲ ਕਰਾਂ ਦੀਪਕ ਦੀ ਪੈਸਿਆਂ ਦੀ ਨਾ ਜੀ, ਇਹ ਜਿਹੜੀ ਕੰਪਨੀ 'ਚ ਕੰਮ ਕਰਦਾ ਆਈ ਫਾਈਨਾਂਸ ਨਾਮ ਦੀ ਕੰਪਨੀ ਹੈ ਜੀ, ਉਹ ਇੰਨੀ ਵੱਡੀ ਕੰਪਨੀ ਹੈ, ਪੈਨ ਇੰਡੀਆ ਦੇ ਵਿੱਚ ਕੰਪਨੀ ਹੈ ਜੀ। ਜੇ ਉਹ ਸਿਰਫ 100 ਰੁਪਿਆ ਵੀ ਦੇਣ ਨਾ ਆਪਦੇ ਇੰਪਲੋਏ, ਜੇ ਸਿਰਫ 100 ਰੁਪਿਆ ਵੀ ਦੇਣ ਤਾਂ ਘੱਟੋ ਘੱਟ ਤਾਂ 50 ਬੰਦਿਆਂ ਦੇ ਦਿਲ ਬਦਲੇ ਜਾ ਸਕਦੇ। ਇੰਨੀ ਵੱਡੀ ਕੰਪਨੀ, ਇੰਨੇ ਜ਼ਿਆਦਾ ਇੰਪਲੋਏ ਨੇ, ਪਰ ਉਹਨਾਂ ਨੇ ਵੀ 1 ਰੁਪਿਆ ਤੱਕ ਦੀ ਇਹਦੀ ਬਾਹ ਨਹੀਂ ਫੜੀ ਜੀ। ਇਹ ਵੀ ਨਹੀਂ ਕਿਹਾ, ਸਗੋਂ ਇਹਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਦਿਲ ਬਦਲਣ ਤੋਂ ਬਾਅਦ ਇਹ ਉਹਨਾਂ ਦੇ ਕੰਮ ਦਾ ਨਹੀਂ ਰਹਿਣਾ ਨਾ, ਇਹਨੂੰ ਕੰਮ ਤੋਂ ਕੱਢ ਦਾਂਗੇ, ਰੈਜ਼ਿਗਨੇਸ਼ਨ ਲਈ ਪ੍ਰੈਸ਼ਰਾਈਜ਼ ਕੀਤਾ ਗਿਆ। ਸੋ ਉਸ ਦੀ ਟੈਨਸ਼ਨ ਲਈ ਇਹ ਥੋੜਾ ਜਿਹਾ ਹੋਰ ਅਪਸੈਟ ਹੋ ਗਿਆ। ਡਾਕਟਰ ਨੇ ਕਿਹਾ ਸੀ ਜੇ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਇਹਨੂੰ ਸਹੀ ਕਰਨਾ ਤਾਂ ਸਭ ਤੋਂ ਪਹਿਲਾਂ ਤਾਂ ਮੈਂਟਲੀ ਪ੍ਰੀਪੇਅਰ ਹੋਣਾ ਜ਼ਰੂਰੀ ਹੈ। ਪਰ ਉਹ ਮੈਂਟਲੀ ਪ੍ਰੀਪੇਅਰ ਕਿਵੇਂ ਹੋਏਗਾ ਜੀ? ਇੱਕ ਗਰੀਬ ਪਰਿਵਾਰ ਦਾ ਬੱਚਾ ਜਿਹਨੂੰ ਟੈਨਸ਼ਨ ਖਾ ਰਹੀ ਹੈ ਕਿ ਉਹਦੀ 10 ਮਹੀਨੇ ਦੀ ਗੁੜੀਆ, ਉਹਦੀ ਦਵਾਈ, ਉਹਦੀ ਘਰ ਵਾਲੀ ਦੇ ਖਰਚੇ, ਉਹਦੇ ਮਾਪਿਓ ਦੇ ਖਰਚੇ, ਘਰ ਦਾ ਖਰਚਾ, ਜੇ ਤੁਸੀਂ ਉਹਨੂੰ ਹੋਰ ਮੈਂਟਲੀ ਟੈਨਸ਼ਨ ਦੇ ਰਹੇ ਹੋ ਵੀ ਤੈਨੂੰ ਕੰਮ ਤੋਂ ਕੱਢ ਦਾਂਗੇ, ਉਹ ਤਾਂ ਬੰਦਾ ਹੋਰ ਹੌਸਲਾ ਹਾਰ ਜਾਏਗਾ। ਦੀਪਕ ਨੇ ਮੈਨੂੰ ਇਹ ਗੱਲ ਕਹੀ ਵੀ ਕਾਕੇ ਤੂੰ ਹੱਥ ਪੱਲਾ ਨਾ ਮਾਰ, ਵੀ ਤੂੰ ਮੈਨੂੰ ਘਰੇ ਲੈ ਚੱਲ, ਵੀ ਮੈਂ ਆਪਦੇ ਮਾਪਿਓ ਨਾਲ ਰਹਿ ਲੂੰਗਾ, ਮੈਂ ਆਪਦੀ ਗੁੜੀਆ ਨਾਲ ਰਹਿ ਲੂੰਗਾ ਜਿੰਨੇ ਕਿ ਮੇਰੇ ਦਿਨ ਹੈਗੇ। ਮੈਨੂੰ ਪਤਾ ਤੂੰ ਮੈਨੂੰ ਝੂਠਾ ਦਿਲਾਸਾ ਦੇ ਰਿਹਾ ਵੀ ਪੈਸੇ ਤੇਰੇ ਤੋਂ ਹੋਣੇ ਨਹੀਂ, ਪਰ ਅੱਜ ਉਹਦਾ ਹੌਸਲਾ ਕਾਇਮ ਆ। ਮੈਂ ਕਿਉਂਕਿ ਉਹ ਸਭ ਨਰੂਲਾ ਸਾਹਿਬ ਦੀ ਜੋ ਉਹਨਾਂ ਨੇ ਕੀਤਾ, ਉਹਦਾ ਅੱਜ ਹੌਸਲਾ ਕਾਇਮ ਆ ਕਿਉਂਕਿ ਉਹਨੇ ਕੁਝ ਪੈਸੇ ਲੱਗੇ ਵੀ ਆ ਰਿਹਾ ਤਾਂ ਉਹਦਾ ਹੌਸਲਾ ਹੈਗਾ। ਉਹਨੂੰ ਕਹਿੰਦਾ ਵੀ ਮੈਂ ਠੀਕ ਹੋ ਸਕਦਾ, ਪਰ ਮੈਂ ਬੇਨਤੀ ਕਰਦਾ ਕਿ ਜੋ ਸਾਡੇ ਕੋਲ ਘਟਦਾ ਵੱਧਦਾ ਉਹਦੇ ਲਈ ਸਾਡੀ ਬਾਹ ਫੜੀ ਜਾਵੇ ਕਿਉਂਕਿ ਹੁਣ ਦੀਪਕ ਨੂੰ ਬਚਾਉਣਾ ਸਿਰਫ ਤੇ ਸਿਰਫ ਤੁਹਾਡੇ ਸਰੋਤਿਆਂ ਦੇ ਅੱਗੇ ਹੀ ਹੈ ਜੀ। ਅੱਛਾ ਠੀਕ ਹੈ, ਤੁਸੀਂ ਉਹਨੇ ਬੇਨਤੀ ਤਾਂ ਕਰ ਰਹੇ ਹੋ ਸਰੋਤਿਆਂ ਨੂੰ, ਪਰ ਇੱਕ ਸਵਾਲ ਹੈ ਕਿ ਕਿਸੇ ਲੀਡਰ ਕੋਲ ਗਏ ਹੋ, ਲੀਡਰ ਵੀ ਤਾਂ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਲੋਕ ਇੱਕ ਵੋਟਰ ਬਣ ਕੇ ਰਹਿ ਗਏ ਨੇ, ਵੀ ਵੋਟਰ ਤੱਕ ਸੀਮਤ ਹੋ ਗਏ, ਵੀ ਹਾਂ ਵੀ ਵੋਟ ਲੈਣ ਜਾਣੀ ਕਦ ਕਦ ਫਿਰਨਾ ਜਾ ਕੇ, ਕਿ ਕੋਈ ਲੀਡਰ ਨੇ ਵੀ ਬਾਹ ਹੱਥ ਫੜਿਆ, ਜਾ ਕੇ ਆਏ ਕਿਸੇ ਕੋਲ? ਸਰ ਲੀਡਰਾਂ ਕੋਲੇ ਮੈਂ ਜੇ ਗੱਲ ਕਰਾਂ, ਮੈਂ ਲੀਡਰਾਂ ਕੋਲੇ ਵੀ ਜਾ ਕੇ ਆਇਆ, ਪਰ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹਾਂਗਾ। ਜੇ ਤੁਹਾਨੂੰ ਸਬੂਤ ਚਾਹੀਦਾ ਮੈਂ ਤੁਹਾਨੂੰ ਪਰਸਨਲੀ ਤੌਰ ਤੇ ਸਬੂਤ ਵੀ ਦਿਖਾ ਦਾਂਗਾ, ਮੈਂ ਕੀ ਕੁਛ ਉਹਨਾਂ ਨੂੰ ਭੇਜਿਆ ਹੈ ਨਾ, ਮੈਂ ਉਹ ਵੀ ਤੁਹਾਨੂੰ ਦਿਖਾ ਦਾਂਗਾ। ਟਵੀਟ ਵੀ ਕੀਤੇ ਨੇ ਈਵਨ ਕਿ ਮੈਂ ਉਹ ਵੀ ਦਿਖਾ ਦਾਂਗਾ, ਮੇਲ ਵੀ ਕੀਤੀ ਆ ਉਹ ਵੀ ਮੈਂ ਤੁਹਾਨੂੰ ਦਿਖਾ ਦਾਂਗਾ। ਪਰ ਜੇ ਮੈਂ ਗੱਲ ਕਰਾਂ ਜੀ ਲੀਡਰਾਂ ਦੀ, ਉਹਨਾਂ ਦਾ ਕੰਮ ਹੈ ਵੋਟ ਬੈਂਕ। ਉਹ ਵੋਟ ਬੈਂਕ ਕਿੱਦਾਂ ਜੁੜਦੀ ਆ? ਤੁਸੀਂ ਕੋਈ ਸਾਂਝਾ ਕੰਮ ਕਰਾ ਰਹੇ ਹੋ, ਤੁਸੀਂ ਪੱਥਰਾਂ ਤੇ ਪੈਸਾ ਲਾ ਰਹੇ ਹੋ, ਉਸ ਕੰਮ ਦਾ ਕੋਈ ਫਾਇਦਾ ਨਹੀਂ ਜੀ। ਮੈਂ ਤਾਂ ਇਹੀ ਚਾਹਾਂਗਾ ਜੇ ਤੁਸੀਂ ਕਿਸੇ ਇੱਕ ਦੀ ਵੀ ਜਾਨ ਬਚਾ ਰਹੇ ਹੋ ਨਾ, ਤੁਹਾਡੇ ਨਾਲ 100 ਬੰਦੇ ਹੋਰ ਖੜ ਜਾਣਗੇ ਜੀ। ਕੀ ਜਵਾਬ ਕੀ ਦਿੱਤਾ ਦੀਪਕ ਨੂੰ ਲੈ ਕੇ ਜੀ ਕਿਸੇ ਲੀਡਰ ਕੋਲ ਗਏ ਹੋ? ਸਰ ਸਾਡੇ ਕੋਲ ਇੰਨਾ ਟਾਈਮ ਹੀ ਨਹੀਂ ਸੀਗਾ। ਉਹਨਾਂ ਦਾ ਜਵਾਬ ਇਹ ਹੁੰਦਾ ਸੀਗਾ ਕਿ ਚਲੋ ਠੀਕ ਹੈ ਜੀ ਦੇਖਾਂਗੇ, ਇੱਕ ਫਾਈਲ ਫੜ ਲੈਣੀ, ਚਲੋ ਜੀ ਦੇਖਾਂਗੇ। ਸਾਡੇ ਕੋਲ ਇੰਨਾ ਟਾਈਮ ਨਹੀਂ ਸੀ ਜੀ। ਜੇ ਅਸੀਂ ਇੱਕ ਲੀਡਰ ਦੇ ਮਗਰ ਲੱਗੇ ਰਹਿੰਦੇ ਤੇ ਇੱਥੇ ਉਹਦੀ ਜਾਨ ਨੂੰ ਖਤਰਾ ਸੀ। ਹੁਣ ਕਿੰਨੇ ਲਾਸਟ ਇੰਟਰਵਿਊ ਕੀਤਾ, ਕਿੰਨੇ ਪੈਸੇ ਇਕੱਠੇ ਹੋ ਗਏ ਨੇ, ਕਿੰਨੇ ਦੀ ਹੋਰ ਲੋੜ ਹੈਗੀ ਹੈ? ਹਾਂਜੀ ਸਾਡੇ ਕੋਲ ਇਸ ਟਾਈਮ ਜਿਹੜਾ ਪੈਸਾ ਇਕੱਠਾ ਹੋਇਆ ਜੀ 4.5 ਲੱਖ ਤੋਂ ਲੈ ਕੇ 5 ਲੱਖ ਰੁਪਏ ਸਾਨੂੰ ਆਸ ਹੈ ਕਿ 5 ਲੱਖ ਰੁਪਏ ਤੱਕ ਅਸੀਂ ਅਰੇਂਜਮੈਂਟ ਕਰ ਲਾਂਗੇ ਤੇ 5 ਲੱਖ ਰੁਪਏ ਸਾਨੂੰ ਹੋਰ ਚਾਹੀਦਾ ਹੈ ਜੀ, ਜਿਹਦੇ ਵਿੱਚ ਦੀਪਕ ਦਾ ਸਿਰਫ ਇਲਾਜ ਦਾ ਖਰਚਾ ਹੋਏਗਾ ਜੋ ਉਹਦਾ ਹਾਰਟ ਟ੍ਰਾਂਸਪਲਾਂਟ ਦਾ। ਬਾਕੀ ਉਹ ਤਾਂ ਚਲੋ ਜੀ ਕੋਈ ਸਰਕਾਰ ਅੱਗੇ ਬੇਨਤੀ ਕਰਾਂਗੇ ਵੀ ਕੋਈ ਇਹਨੂੰ ਮੈਡੀਸਿਨ ਦੀ ਕੋਈ ਸਹੂਲਤ ਦਿੱਤੀ ਜਾਵੇ ਹੈ ਨਾ, ਜ਼ਿੰਦਗੀ ਭਰ ਮੈਡੀਸਿਨ ਚੱਲਣੀ ਆ, ਉਹਦੇ ਲਈ ਕੋਈ ਸਹੂਲਤ ਦਿੱਤੀ ਜਾਵੇ। ਹਜੇ 5 ਲੱਖ ਰੁਪਏ ਸਾਡੇ ਕੋਲੇ ਘਟਦਾ ਹੈ ਜੀ। ਨੰਬਰ ਦੱਸ ਦਿਓ ਆਪਣਾ, ਕਿੰਨਾ ਤੁਹਾਡਾ ਨੰਬਰ ਹੈ ਜੇ ਕਿਸੇ ਨੇ ਕੰਟੈਕਟ ਕਰਨਾ ਤੁਹਾਡੇ ਨਾਲ? ਹਾਂਜੀ ਮੈਂ ਸਭ ਤੋਂ ਪਹਿਲਾਂ ਦੀਪਕ ਜੀ ਦਾ ਨੰਬਰ ਦੇਣਾ ਚਾਹਾਂਗਾ ਜੀ, ਜਿਹ 'ਚ ਤੁਸੀਂ ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ ਜਾਂ ਕੋਈ ਹੋਰ ਫੋਨ ਪੇ, UPI ਕੁਝ ਵੀ ਕਰ ਸਕਦੇ ਹੋ। ਉਹ ਨੰਬਰ ਹੈ ਜੀ, ਤੁਸੀਂ ਨੋਟ ਕਰ ਲਿਓ 84 377 43 887 84 377 43887। ਇਹ ਦੀਪਕ ਜੀ ਦਾ ਨੰਬਰ ਹੈ। ਮੈਂ ਇੱਕ ਵਾਰ ਫਿਰ ਰਿਪੀਟ ਕਰਾਂਗਾ 84 377 43 887। ਤੇ ਜੇ ਮੇਰਾ ਕੋਈ ਨੰਬਰ ਲੈਣਾ ਚਾਹੁੰਦਾ, ਮੇਰੇ ਨਾਲ ਕੋਈ ਗੱਲਬਾਤ ਜਾਂ ਦੀਪਕ ਦੀ ਕੋਈ ਫਾਈਲ ਮੰਗਣਾ ਚਾਹੁੰਦਾ, ਕਿਸੇ ਤਰੀਕੇ ਦੀ ਵੈਰੀਫਿਕੇਸ਼ਨ ਕਰਨਾ ਚਾਹੁੰਦਾ, ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਨੰਬਰ ਹੈ 8699 223194 8699 223194। ਇਹ ਮੇਰਾ ਨੰਬਰ ਹੈ ਜੀ। ਬਾਕੀ ਇਹਨਾਂ ਦੇ ਮਾਤਾ ਜੀ। ਅੱਛਾ ਮਾਤਾ ਜੀ, ਲੱਗਦਾ ਹੁਣ ਵੀ ਲੋਕਾਂ ਨੇ ਬਾਹ ਫੜੀ ਹੈ, ਵੀਡੀਓ ਗਈ ਤੁਹਾਡੀ, ਇੰਟਰਵਿਊ ਹੋਇਆ ਤੁਹਾਡੇ ਬੇਟੇ ਦਾ। ये जिस तरह मतलब ये कि मैंने पता लग रहा है भी कुछ पैसे भी आ रहे सी, कुछ पैसे चले गए हैं भी। हजे मैंने पूरी उम्मीद नहीं हो रही है भी मेरे बेटे की कोई बात ਚੱਜ ਨਾਲ ਫੜੂਗਾ। ਜੇ ਕੋਈ ਉਮੀਦ ਚੱਜ ਨਾਲ ਫੜੂਗਾ ਤਾਂ ਮੈਨੂੰ ਬਸ ਐ ਵੀ ਮੇਰਾ ਪੁੱਤ ਮੇਰੇ ਕੋਲ ਮਿਲ ਜਾਊਗਾ। ਲੋਕਾਂ ਨੇ ਬਾਹ ਤਾਂ ਫੜੀ ਨਾ, 5 ਲੱਖ ਰੁਪਏ ਆਏ ਜੀ ਫੜੀ ਹੈ, ਉਹ ਤਾਂ ਫੜੀ ਹੈ ਬਾਬੂ ਜੀ। ਹੁਣ ਦੇਖੋ ਜੇ ਆਪਰੇਸ਼ਨ ਹੋਊਗਾ ਉਦੋਂ ਪਤਾ ਲੱਗੂਗਾ ਕਿੰਨਾ ਕਿ ਲੱਗਣਗੇ ਕਿੰਨੇ ਕਿ ਨਹੀਂ। ਇੱਕ ਵਾਰੀ ਉਹਨਾਂ ਨੇ 10 ਲੱਖ ਦਾ ਕੀਤਾ ਹੈਗਾ, ਜੇ ਆਪਰੇਸ਼ਨ ਨਾਕਾਮ ਹੋਇਆ ਫਿਰ ਅੱਗੇ ਮੰਗਣਗੇ, ਫਿਰ ਉਦੋਂ ਫਿਰ ਦੇਖ ਲਾਂਗੇ। ਜੇ ਲੋਕ ਸਾਡੇ ਨਾਲ ਹੈ ਤਾਂ ਸ਼ਾਇਦ ਮੇਰਾ ਪੁੱਤ ਬਚ ਜੇ। ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਦੇਖਦੇ ਪਏ? ਬਸ ਲੋਕਾਂ ਨੂੰ ਕਹੂੰਗੀ ਬਹੁਤ ਧੰਨਵਾਦ ਹੋਊਗਾ ਜੇ ਮੇਰੇ ਪੁੱਤ ਨੂੰ ਜੇ ਕੋਈ ਬਚਾ ਲੂਗਾ ਤੇ ਮੇਰੀ ਜ਼ਿੰਦਗੀ ਸਫਲ ਹੋ ਜਾਊਗੀ, ਮੇਰਾ ਬੁਢਾਪਾ ਨਿਕਲ ਜਾਊਗਾ ਉਹਦੇ ਸਾਹਮਣੇ, ਮੇਰੇ ਬੱਚੇ ਜੀਵਤ ਰਹਿਣ। ਤਾਂ ਬਸ ਮੈਂ ਤਾਂ ਇਹੀ ਚਾਹੁੰਦੀ, ਮੇਰੇ ਪੁੱਤ ਚਾਹੀਦੇ ਮੈਨੂੰ। ਇੱਕੋ ਇੱਕ ਬੇਟਾ ਤੁਹਾਡਾ? ਕਿ ਬੇਟਾ ਮੇਰਾ, ਇੱਕ ਬੇਟੀ ਇੱਕ ਬੇਟਾ। ਬੇਟੀ ਵੀ ਬਹੁਤ ਪਰੇਸ਼ਾਨ ਹੈ, ਮੇਰੇ ਜਵਾਈ ਹੈ ਬਹੁਤ ਸਾਥ ਦੇ ਰਹੇ, ਕਿੰਨਾ ਕੁ ਸਾਥ ਦੇਣਗੇ ਵੀ ਬੱਚੇ ਵਾਲੇ ਆ। ਬਸ ਮੈਨੂੰ ਬੱਚਾ ਚਾਹੀਦਾ ਹੈਗਾ। ਇਸ ਤਰ੍ਹਾਂ ਹੀ ਮੇਰੀ ਮਦਦ ਕੋਈ ਕਰਨਾ ਚਾਹੇ ਤੇ ਮੈਂ ਉਹਨਾਂ ਦੀ ਸਾਰੀ ਜ਼ਿੰਦਗੀ ਕੋਨੇ ਨਹੀਂ ਭੁੱਲਦੀ। ਬਸ ਮੇਰੇ ਹੱਥ ਜੋੜ ਕੇ ਸਾਰੇ ਲੋਕਾਂ ਨਾਲ ਬੇਨਤੀ ਹੈ ਮੇਰੇ ਪੁੱਤ ਨੂੰ ਬਚਾ ਦਿਓ। ਬਸ ਮੇਰੇ ਕੋਲ ਹੋਰ ਕੁਝ ਨਹੀਂ ਹੈਗਾ ਪੱਲੇ, ਉਹੀ ਪੁੱਤ ਹੀ ਹੈ ਮੇਰੇ ਕੋਲ।
ਅਸੀਂ ਦੋਨੇ ਜੀ ਹੈਗੇ, ਦੋਨੇ ਮਰੀਜ਼ ਹੈ। ਅਸੀਂ ਤਾਂ ਪੁੱਤ ਦਾ ਸਹਾਰਾ ਲੈਣਾ ਸੀਗਾ। ਅੱਜ ਸਾਨੂੰ ਪੁੱਤ ਦੀ ਢੀਕ ਦੇਖਣੀ ਪੈਂਦੀ ਹੈ। ਬਸ ਇਹ ਇੰਤਜ਼ਾਰ ਹੁੰਦਾ ਕਿ ਪਤਾ ਕਿਦੋਂ ਮੇਰਾ ਪੁੱਤ ਜਾਨ ਛੱਡ ਦੂਗਾ। ਬਰਦਾਸ਼ਤ ਨਹੀਂ ਹੁੰਦਾ, ਪਰ ਹਿੰਮਤ ਰੱਖੀਦਾ ਥੋੜੀ ਚਿਰ, ਬਸ ਲੋਕਾਂ ਦੇ ਸਾਰੇ। ਸੰਦੀਪ ਜੋ ਹੁਣ ਮਾਤਾ ਭਾਵੁਕ ਹੋ ਗਏ ਨੇ, ਹੁਣ ਪੈਸੇ ਦੀ ਗੱਲ ਕਰੀ ਤੁਸੀਂ ਕਿੰਨੇ ਵੀ 4.5 ਲੱਖ ਰੁਪਏ ਤੁਹਾਡੇ ਕੋਲ ਅਰੇਂਜਮੈਂਟ ਹੋ ਚੁੱਕਿਆ ਹੈ। ਕਿਹੜਾ ਸ਼ਹਿਰ ਹੈ, ਕਿਹੜਾ ਪਿੰਡ ਹੈ ਜਿੱਥੋਂ ਮਾਤਾ ਜੀ ਆਈ? ਅਸੀਂ ਬਠਿੰਡਾ ਸ਼ਹਿਰ ਦੇ ਨਿਵਾਸੀ ਹਾਂ ਜੀ। ਬਠਿੰਡਾ ਸ਼ਹਿਰ 'ਚੋਂ ਇੱਕ ਦੰਗਾ ਪੀੜਤ ਕਲੋਨੀ ਆ, ਜਿਹਦੇ ਵਿੱਚ ਜਦੋਂ ਦੰਗਾ ਪੀੜਤ ਦੀ ਗੱਲ ਕਰੀਏ ਉਸ ਟਾਈਮ ਤੇ ਮਕਾਨ ਅਲਾਉਡ ਹੋਏ ਸੀ ਗਰੀਬ ਪਰਿਵਾਰ ਨੂੰ। ਉਸ ਮਕਾਨ ਦੇ ਵਿੱਚ ਰਹਿੰਦੇ ਇੱਕ ਰੂਮ ਹੈ ਜੀ। ਇੱਕ ਰੂਮ ਦੇ ਵਿੱਚ ਜਿਹਦੇ ਇਹਦੇ ਮਾਤਾ ਪਿਤਾ, ਇੱਕ ਇਹਨਾਂ ਦੀ ਵਾਈਫ ਤੇ ਇੱਕ 10 ਕੁ ਮਹੀਨਿਆਂ ਦੀ ਜਿਹੜੀ ਗੁੜੀਆ ਹੈ ਉਹ ਨਾਲ ਰਹਿੰਦੇ ਨੇ ਜੀ। ਹਾਂਜੀ, ਇਹ ਇਹਨਾਂ ਦਾ ਛੋਟਾ ਜਿਹਾ ਘਰ ਹੈ ਜੀ। ਹਾਂ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਕਿਰਨਦੀਪ ਕੌਰ ਹੈ ਜੀ। ਤੁਹਾਡੇ ਪਤੀ ਨੇ? ਹਾਂਜੀ, ਮੇਰੇ ਹਸਬੈਂਡ ਆ, ਹਾਰਟ ਦੀ ਪ੍ਰੋਬਲਮ ਆ ਜੀ। ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ? ਹੁਣ ਜਿਵੇਂ ਸੰਦੀਪ ਨੇ ਤਾਂ ਗੱਲ ਦੱਸੀ ਹੈ, ਇੰਨਾ ਪੈਸਾ ਇਕੱਠਾ ਹੋ ਗਿਆ, ਇੰਨੇ ਦੀ ਲੋੜ ਹੈ, ਲੋਕਾਂ ਨੂੰ ਕੀ ਆਸ ਰੱਖਦੇ ਹੋ ਮਦਦ ਦੀ? ਕਿਉਂਕਿ ਮਦਦ ਤਾਂ ਕੁਝ ਹੋਈ ਹੈ, ਕੁਝ ਬਾਕੀ ਹਲੇ। ਬਸ ਇਹੀ ਕਹਿਣਾ ਚਾਹੁੰਦੇ ਆ, ਵੱਧ ਤੋਂ ਵੱਧ ਮਦਦ ਹੋਵੇ ਜੀ। ਤਾਂ ਉਮੀਦ ਹੈਗੀ ਹੈ। ਜਿਵੇਂ ਹੁਣ ਭਾਵੁਕ ਹੋ ਨੇ, ਪਤਾ ਨਹੀਂ ਉਮੀਦ ਹੈਗੀ ਬਰਕਰਾਰ ਹੱਲੇ ਵੀ? ਬਿਲਕੁਲ ਹੈ ਜੀ। ਜਿਸ ਹਿਸਾਬ ਨਾਲ ਸਾਡਾ ਲੋਕ ਸਾਥ ਦੇ ਰਹੇ ਨੇ, ਸਾਨੂੰ ਉਮੀਦ ਹੈ ਕਿ ਤੁਹਾਡੇ ਸਰੋਤਿਆਂ ਤੱਕ ਵੀ ਇਹ ਗੱਲ ਪਹੁੰਚੇਗੀ। ਤੇ ਇੱਕ ਮੈਂ ਕਹਿਣਾ ਕਿ ਜਿਹੜੇ ਉਹਨਾਂ ਦੇ ਮਾਤਾ ਪਿਤਾ ਦਾ ਜਿਹੜਾ ਹੁਣ ਟਾਈਮ ਸੀ ਕਿ ਕਿਤੇ ਉਹਨਾਂ ਦਾ ਪੁੱਤ ਸਹਾਰਾ ਬਣੇ, ਅੱਜ ਉਹ ਉਹਨਾਂ ਲਈ ਸਹਾਰਾ ਬਣਿਆ। ਤੇ ਇਹ ਪੋਸੀਬਲ ਤਾਂ ਹੀ ਹੈ ਜੇ ਤੁਹਾਡੇ ਸਰੋਤਿਆਂ ਤੱਕ ਇਹ ਗੱਲ ਪਹੁੰਚੇਗੀ, ਤੇ ਉਹ ਪੱਕਾ ਮੈਂ ਸ਼ੋਰ 100% ਕਿ ਉਹ ਇਹਨਾਂ ਦਾ ਸਾਥ ਦੇਣਗੇ। ਕੀ ਕਹਿਣਾ ਚਾਹੁੰਦੇ ਤੁਸੀਂ? ਭਾਵੁਕ ਹੋ, ਠੀਕ ਹੈ, ਉਹ ਦੁੱਖ ਦੀ ਘੜੀ ਹੈ, ਲੋਕੀ ਤੁਹਾਡੇ ਨਾਲ ਖੜੇ ਵੀ ਹੋਏ ਨੇ। 4.5 ਲੱਖ ਰੁਪਏ ਲੋਕਾਂ ਨੇ ਭੇਜਿਆ ਵੀ ਹੈ, 5 ਲੱਖ ਦੀ ਹੋਰ ਲੋੜ ਹੈ। ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਹੁਣ ਵੀ ਦੀਪਕ ਬਾਰੇ, ਜੇ ਤੁਸੀਂ ਕੁਝ ਕਹਿਣਾ ਚਾਹੁੰਦੇ? ਬਸ ਇਹੀ ਕਹਿਣਾ ਚਾਹੁੰਦੇ ਆ ਕਿ ਬਚ ਜੇ ਬਸ ਜੀ। ਸਾਡੇ ਲਈ ਮੇਰੇ 1.5 ਸਾਲ ਮੈਰਿਜ ਨੂੰ ਹੋ ਗਿਆ। ਮੇਰੇ 10 ਮਹੀਨਿਆਂ ਦੀ ਬੇਟੀ ਆ, ਉਹਨਾਂ ਦੇ ਮੰਮੀ ਡੈਡੀ ਆ, ਉਹਨਾਂ ਨੂੰ ਸਾਹ ਦੀ ਪ੍ਰੋਬਲਮ ਆ। ਵਿਚਾਰੇ ਦੋਨੇ ਮੰਦਰ 'ਚ ਕੰਮ ਕਰਦੇ ਆ। ਮੇਰੇ ਹਸਬੈਂਡ ਇਕੱਲੇ ਹੀ ਆ ਕਮਾਉਣ ਵਾਲੇ, ਘਰੇ ਹੋਰ ਸਾਡੇ ਕੋਈ ਨਹੀਂ ਗੇ। ਮੇਰੇ ਜੀਜਾ ਜੀ ਹੈ, ਬਸ ਇੱਕ ਨੰਦ, ਉਹਨਾਂ ਦੀ ਮੈਰਿਜ ਹੋਈ ਹੈ। ਬਸ ਅਸੀਂ ਉਹਨਾਂ ਨੇ ਵੀ ਬਹੁਤ ਪੈਸਾ ਲਾਇਆ, ਐਵੇਂ ਕਹੀਏ ਬਹੁਤ ਮਦਦ ਕੀਤੀ ਹੈ। ਮੇਰੇ ਬ੍ਰਦਰ ਨੇ ਕੀਤੀ ਹੈ, ਮੇਰੇ ਦੇਵਰ ਆ ਦੋਨੇ, ਬਹੁਤ ਜ਼ਿਆਦਾ। ਇਹੀ ਕਹਿਣਾ ਚਾਹੁੰਦੇ ਆ, 5 ਲੱਖ ਰੁਪਈਆ 5.5 ਲੱਖ ਇਕੱਠਾ ਹੋ ਗਿਆ, ਸਾਨੂੰ 5 ਲੱਖ ਦੀ ਹੋਰ ਮਦਦ ਆ ਬਸ। ਸੰਦੀਪ, ਆਖਰੀ ਮੇਰਾ ਸਵਾਲ ਹੈ ਕਿ ਡਾਕਟਰਾਂ ਨੇ ਜੋ ਹਾਰਟ ਦੀ ਗੱਲ ਕਹੀ ਹੈ, ਦਿਲ ਦੀ ਗੱਲ ਕਹੀ ਹੈ, ਉਹਨਾਂ ਨੇ ਕਹਿਤਾ ਵੀ ਜੇ ਪੈਸੇ ਤੁਹਾਡੇ ਕੋਲ ਹੋਣਗੇ ਉਹ ਇੰਤਜ਼ਾਮ ਹੋ ਜਾਊਗਾ, ਕਿ ਉਸ ਵਿੱਚ ਵੀ ਕੋਈ ਹਲੇ ਟਾਈਮ ਲੱਗੂਗਾ? ਹਾਂਜੀ ਬਿਲਕੁਲ। ਇਹਦੇ ਵਿੱਚ ਨਾ ਕੋਈ ਪ੍ਰੀ ਪ੍ਰੋਗਰਾਮ ਚੱਲਦਾ ਹੁੰਦਾ ਹਾਰਟ ਟ੍ਰਾਂਸਪਲਾਂਟ ਦਾ, ਜਿਹਨੂੰ ਤਕਰੀਬਨ 1.5 ਮਹੀਨਾ ਲੱਗ ਜਾਂਦਾ ਹੈ। ਉਸ ਦੇ ਵਿੱਚ ਦੀਪਕ ਦੇ ਸਾਰੇ ਟੈਸਟ ਹੁੰਦੇ ਆ, ਜਿਹੜੇ ਕਿ ਮੈਨੂੰ ਲੱਗਦਾ ਕਿ ਹੋ ਚੁੱਕੇ ਨੇ ਇਸ ਟਾਈਮ ਤੇ, ਜਿਸ ਹਿਸਾਬ ਨਾਲ, ਕਿਉਂਕਿ ਹੁਣ ਟੈਸਟ ਹੋਣੇ ਬੰਦ ਹੋ ਚੁੱਕੇ ਨੇ। ਹੁਣ ਸਿਰਫ ਟ੍ਰਾਂਸਪਲਾਂਟ ਦੀ ਹੀ ਤਿਆਰੀ ਆ, ਤੇ ਮੈਨੂੰ ਲੱਗਦਾ ਉਹ ਬਹੁਤ ਜਲਦੀ ਆ। ਤੇ ਸਾਨੂੰ ਪੈਸੇ ਦੀ ਜਿਹੜੀ ਜ਼ਰੂਰਤ ਆ ਉਹ ਵੀ ਬੜੀ ਜਲਦੀ ਦੇ ਵਿੱਚ ਆ, ਕਿਉਂਕਿ ਟੈਸਟ ਤਾਂ ਉਹਦੇ ਸਾਰੇ ਕੰਪਲੀਟ ਹੋ ਚੁੱਕੇ ਆ। ਸਿਰਫ ਹੁਣ ਹਾਰਟ ਟ੍ਰਾਂਸਪਲਾਂਟ ਦੀ ਸਰਜਰੀ ਹੀ ਪੈਂਡਿੰਗ ਆ। ਸਿਰਫ ਕੰਮ ਇਸ ਕਰਕੇ ਖੜਾ, ਮੈਨੂੰ ਲੱਗਦਾ ਕਿ ਸ਼ਾਇਦ ਪੈਸਿਆਂ ਦੀ ਗੱਲ, ਕਿਉਂਕਿ ਮੈਂ ਹਾਲੇ ਡਾਕਟਰ ਸਾਹਿਬ ਨੂੰ ਮਿਲ ਕੇ ਇਹ ਗੱਲ ਨਹੀਂ ਕਹੀ ਕਿ ਸਾਡੇ ਕੋਲੇ ਪੈਸਿਆਂ ਦਾ ਅਰੇਂਜਮੈਂਟ ਹੋ ਗਿਆ। ਜੇ ਮੈਂ ਇਹ ਗੱਲ ਕਵਾਂਗਾ ਤੇ ਫੇਰ ਹੀ ਜਾ ਕੇ ਉਹ ਕੁਝ ਅੱਗੇ ਡਿਸੀਜਨ ਲੈ ਪਾਉਣਗੇ। ਟਾਈਮ ਦਿੱਤਾ ਇੰਨੇ ਸਮੇਂ ਵਿੱਚ ਦਿਲ ਚੇਂਜ ਕਰਨਾ ਪੈਣਾ, ਬਦਲਣਾ ਪੈਣਾ, ਜਾਂ ਦਿਲ ਨਵਾਂ ਲਗਾਉਣਾ ਪੈਣਾ, ਤਾਂ ਹੋਏਗੀ, ਤਾਂ ਬਚ ਪਾਊਗਾ ਦੀਪਕ? ਕੋਈ ਗੱਲਬਾਤ ਕਰੀ ਡਾਕਟਰਾਂ ਨਾਲ? ਬਿਲਕੁਲ ਬਿਲਕੁਲ ਸਰ, ਕੱਲ ਸਾਨੂੰ ਫੋਨ ਆ ਗਿਆ ਸੀਗਾ। ਉਹਨਾਂ ਨੇ ਕਿਹਾ ਸੀ ਪੂਰੀ ਫੈਮਿਲੀ ਸਮੇਤ ਤੁਸੀਂ ਡਾਕਟਰ ਸਾਹਿਬ ਨੂੰ ਮਿਲਣਾ ਹੈ, ਉਹਨਾਂ ਦੇ ਟ੍ਰਾਂਸਪਲਾਂਟ ਬਾਰੇ ਕੋਈ ਕਮੇਟੀ ਬੈਠਣੀ, ਉੱਥੇ ਕੋਈ ਗੱਲ ਹੋਣੀ ਹੈ। ਤਾਂ ਹੀ ਸਾਨੂੰ ਅਸੀਂ ਅੱਜ ਆਏ ਹਾਂ ਪੀਜੀ। ਵੈਸੇ ਵੀ ਸੋਮਵਾਰ ਸੀ ਅਸੀਂ ਆਉਣਾ ਹੀ ਸੀ, ਤੇ ਇਸ ਕਰਕੇ ਅਸੀਂ ਅੱਜ ਪਹੁੰਚੇ ਜੀ ਇੱਥੇ। ਅੱਜ ਸਾਨੂੰ ਫਾਈਨਲਾਈਜ਼ ਹੋ ਜਾਏਗਾ ਵੀ ਇਹਦੀ ਸਰਜਰੀ ਹੋਣੀ ਕਦੋਂ ਹੈ, ਤੇ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਵਿਦਨ ਵੀਕ ਦੀ ਗੱਲ, ਜੋ ਮੈਨੂੰ ਇੰਡੀਕੇਸ਼ਨ ਮਿਲਿਆ ਵੀ ਵਿਦਨ ਵੀਕ ਉਹਦਾ ਟ੍ਰਾਂਸਪਲਾਂਟ ਹੋਣਾ ਹੈ, ਤੇ ਉਸ ਵਿਦਨ ਵੀਕ ਦੇ ਵਿੱਚ ਸਾਨੂੰ 5 ਲੱਖ ਰੁਪਏ ਇਕੱਠਾ ਕਰਨਾ ਹੈ। ਤੁਸੀਂ ਗੱਲ ਕਰਦੇ ਸੀ ਅਕਾਊਂਟ ਨੰਬਰ ਵੀ ਦਿੱਤਾ ਹੋਇਆ ਸੀ, ਅਕਾਊਂਟ ਨੰਬਰ ਦੇ ਬਾਵਜੂਦ ਵੀ ਪੈਸੇ ਨਹੀਂ ਆਦੇ। ਜਿਹੜੇ ਬਾਹਰ ਵਿਦੇਸ਼ਾਂ ਵਿੱਚ ਬੈਠੇ ਹੋਏ ਨੇ ਨੌਜਵਾਨ ਸੱਜਣ ਮਿੱਤਰ ਬੈਠੇ ਨੇ ਦਾਨੀ, ਉਹ ਵਿਦੇਸ਼ਾਂ ਵਿੱਚ ਪੈਸੇ ਭੇਜਦੇ ਨੇ, ਆ ਨਹੀਂ ਦੇ। ਫਿਰ ਹੋਰ ਕਿਹੜਾ ਤਰੀਕਾ ਹੋ ਸਕਦਾ ਹੈ? ਤੁਸੀਂ ਵੀ ਦਰਸ਼ਕਾਂ ਨੂੰ ਦੱਸ ਦਿਓ ਜਿਨ੍ਹਾਂ ਨੇ ਪੈਸੇ ਤੁਹਾਨੂੰ ਭੇਜਣੇ ਨੇ, ਜੇ ਅਕਾਊਂਟ 'ਚ ਪੈਸੇ ਨਾ ਟ੍ਰਾਂਸਫਰ ਹੋਣ। ਜੀ ਬਿਲਕੁਲ, ਮੈਂ ਇਹ ਦੱਸਣਾ ਚਾਹਾਂਗਾ ਕਿ ਬਹੁਤ ਬਾਹਰਲੇ ਸਰੋਤੇ ਸੀਗੇ ਜਿਨ੍ਹਾਂ ਨੇ ਸਾਨੂੰ ਦਾਨੀ ਸੱਜਣ ਪੈਸੇ ਭੇਜਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸਾਨੂੰ ਕਾਲ ਕੀਤਾ ਕਿ ਅਸੀਂ ਪੈਸੇ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪਹੁੰਚ ਨਹੀਂ ਰਹੇ ਆ। ਸ਼ਾਇਦ ਉਹ ਕੋਈ ਬੈਂਕਿੰਗ ਸਰਵਰ ਦੀ ਪ੍ਰੋਬਲਮ ਸੀ। ਉਸ ਲਈ ਦੂਸਰਾ ਆਪਣੇ ਕੋਲੇ ਜਰੀਆ ਇਹ ਆ, ਜਾਂ ਤਾਂ ਸਾਨੂੰ ਵੈਸਟਰਨ ਯੂਨੀਅਨ ਕਰ ਸਕਦੇ ਆ, ਤੇ ਸੈਕਿੰਡ ਗੱਲ, ਮੈਂ ਇੱਕ ਦੀਪਕ ਰਾਏ ਦਾ HDFC ਦਾ ਬੈਂਕ ਆ, ਮੈਂ ਉਸ ਦਾ ਅਕਾਊਂਟ ਨੰਬਰ ਤੁਹਾਨੂੰ ਦੇਵਾਂਗਾ, ਜਿਹਦੇ ਵਿੱਚ ਈਜ਼ੀਲੀ ਟ੍ਰਾਂਸਫਰ ਹੋ ਜਾਂਦੇ ਨੇ। ਇਹ ਜੀ ਆਪਣੇ ਕੋਲੇ ਸੋਰਸ ਆ ਬਾਹਰੋਂ ਭੇਜਣ ਲਈ। ਤੁਸੀਂ ਸਾਰੀ ਗੱਲ ਬਾਤ ਸੁਣੀਏ ਕਿ ਪਰਿਵਾਰ ਜੋ ਹੈ ਲਗਾਤਾਰ 22 ਦਿਨ ਤੋਂ ਇੱਥੇ ਹੈਗਾ, ਤੇ 5 ਮਹੀਨੇ ਤੋਂ ਦੀਪਕ ਦਾ ਜੋ ਦਿਲ ਦੇ ਵਿੱਚ ਸਮੱਸਿਆ ਸੀ, ਪਰ ਉਸ ਤੋਂ ਬਾਅਦ
ਪੀਜੀਆਈ ਵਾਲਿਆਂ ਨੇ ਇਹ ਸਾਫ਼ ਕੀਤਾ 2 ਦਿਨ ਦੇ ਵਿੱਚ ਐਡਮਿਟ ਰਹੇ ਵੀ ਦਿਲ ਬਦਲਣਾ ਪੈਣਾ। ਹੁਣ ਦਿਲ ਬਦਲਣਾ ਪੈਣਾ ਇੱਕ ਗੁਹਾਰ ਲਗਾਈ ਸੀ, ਇੱਕ ਇੰਟਰਵਿਊ ਹੋਇਆ ਸੀ ਪਹਿਲਾਂ ਚੈਨਲ ਦੇ ਵਿੱਚ, ਉਸ ਤੋਂ ਬਾਅਦ ਲਗਭਗ 5 ਲੱਖ ਰੁਪਏ ਇਹਨਾਂ ਨੂੰ ਇਕੱਠਾ ਹੋ ਚੁੱਕਿਆ ਤੇ 5 ਲੱਖ ਦੀ ਹੋਰ ਲੋੜ ਹੈ। ਤੁਹਾਨੂੰ ਨੰਬਰ ਵੀ ਦੱਸਤਾ, ਅਕਾਊਂਟ ਨੰਬਰ ਵੀ ਦੱਸਤਾ, ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ। ਗੱਲ ਕਰਕੇ ਕੋਈ ਵੀ ਜਾਣਕਾਰੀ, ਫਾਈਲ ਵਗੈਰਾ, ਕੋਈ ਵੀ ਡਾਕੂਮੈਂਟ ਮੰਗਾਣੇ ਹੋਣ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਦੀਪਕ ਦਾ ਵੀ ਨੰਬਰ ਤੁਹਾਨੂੰ ਦੇ ਦਿੱਤਾ ਗਿਆ ਜੇ ਕਿਸੇ ਨੇ ਦੀਪਕ ਨਾਲ ਵੀ ਗੱਲ ਕਰਨੀ ਹੈ। ਹੁਣ ਜਿਹੜੇ ਬਾਹਰ ਹੈ ਇਹਨਾਂ ਦੇ ਸੱਜਣ ਵੀਰ ਬੈਠੇ ਨੇ, ਉਹਨਾਂ ਨੇ ਮਦਦ ਕੀਤੀ ਹੈ, ਪਰ ਤੁਹਾਡੀ ਥੋੜੀ ਜਿਹੀ ਹੋਰ ਕੋਸ਼ਿਸ਼ ਦੇ ਨਾਲ ਦੀਪਕ ਦੀ ਜਾਨ ਬਚ ਸਕਦੀ ਹੈ। ਜੇ ਥੋੜਾ ਜਿਹਾ ਹੋਰ ਹੱਲਾਸ਼ੇਰੀ ਮਾਰ ਕੇ ਜਾਂ ਹੱਲਾਸ਼ੇਰੀ ਦੇ ਕੇ ਪੈਸੇ ਇਕੱਠੇ ਕੀਤੇ ਜਾਣ ਤਾਂ ਇਹ ਦੀਪਕ ਜਿਹੜਾ ਉਹ ਰੋਸ਼ਨਾਈ ਜਾਂ ਰੋਸ਼ਨ ਦੁਬਾਰਾ ਹੋ ਸਕਦਾ ਹੈ। ਤਾਂ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਸੀ ਤੁਹਾਡੇ ਤੱਕ ਇਹ ਵੀਡੀਓ ਲੈ ਕੇ ਜਾਈਏ, ਹੋ ਸਕਦਾ ਕੋਈ ਨਾ ਕੋਈ ਹੋਰ ਵਿਅਕਤੀ ਇਹਨਾਂ ਦੀ ਮਦਦ ਕਰੇ ਤਾਂ ਦੀਪਕ ਜਿਹੜਾ ਆਪਣੀ ਦੁਬਾਰਾ ਜ਼ਿੰਦਗੀ ਦੇ ਵਿੱਚ ਵਾਪਸ ਆਵੇ।